अस्सलाम वालेकुम जी की हाल है ਵੀਰਾਂ ਦਾ ਠੀਕ ਠਾਕ ਹੋ। ਅਸੀਂ ਹੱਥਾਂ ਪੈਰਾਂ ਵਾਲੇ ਆ, ਬਾਹਾਂ ਵਾਲੇ ਆ, ਸਾਡੇ ਜਿਸਮ ਦੇ ਪੂਰੇ ਅਜ਼ਾ ਆ। ਯਕੀਨ ਕਰੋ ਜਿਹੜੇ ਹੱਥਾਂ ਪੈਰਾਂ ਵਾਲੇ ਸਲਾਮਤ ਹੱਥਾਂ ਵਾਲੇ ਲੋਕ ਆ ਨਾ, ਮੈਂ ਬਹੁਤ ਸਾਰੇ ਲੋਕ ਮੰਗਦੇ ਦੇਖੇ। ਔਰ ਇਹ ਬੰਦਾ ਇੱਕ ਮਿਸਾਲ ਆ ਸਾਡੇ ਲਈ ਕਿ ਇਹਦਾ ਆ ਬਾਜ਼ੂ ਨਹੀਂ ਹੈ, ਇਹਦਾ ਬਾਜ਼ੂ ਨਹੀਂ ਹੈਗਾ ਤੇ ਇਹ ਬੰਦਾ ਮਿਹਨਤ ਕਰਕੇ ਮੁਸ਼ੱਕਤ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲਦਾ। ਇਸ ਬੰਦੇ ਦੀ ਵੀਡੀਓ ਸਾਡੇ ਕੋਲ ਕਿਸ ਤਰ੍ਹਾਂ ਦੀ ਆਈ, ਸਟਾਰਟ ਦੇ ਵਿੱਚ ਜਦੋਂ ਪਹਿਲੀ ਵੀਡੀਓ ਆਈ, ਇਹ ਬੰਦਾ ਕਮਰ ਦੇ ਉੱਤੇ 20 22 ਇੱਟਾਂ ਲੱਦ ਕੇ ਲਿਜਾਣ ਡਿਆ ਦੂਜੀ ਤੀਜੀ ਮੰਜ਼ਲ ਤੇ ਉਸ ਤੋਂ ਬਾਅਦ ਇਹ ਬੰਦਾ ਹਰ ਮਜ਼ਦੂਰੀ ਜਿਹੜੀ ਆ ਮਿਸਤਰੀਆਂ ਦੇ ਨਾਲ ਮਜ਼ਦੂਰੀ ਜਾ ਕੇ ਕਰਦਾ। ਇੱਕ ਬਾਜ਼ੂ ਆ, ਇੱਕ ਬਾਜ਼ੂ ਦੇ ਨਾਲ ਤਸੱਵਰ ਨਹੀਂ ਬੰਦਾ ਕਰ ਸਕਦਾ ਕਿ ਕਿੱਦਾਂ ਪੋਸੀਬਲ ਹੈ ਜਾਂ ਨਹੀਂ ਹੈ। ਫਿਰ ਇਸ ਤੋਂ ਬਾਅਦ ਅਸੀਂ ਇਹਦੇ ਪਿੰਡ ਗਏ ਆ, ਇਹਦੇ ਜਦੋਂ ਜਾ ਕੇ ਘਰ ਦੀ ਸੂਰਤ ਹਾਲ ਦੇਖੀ ਆ, ਫਿਰ ਇਹਨੂੰ ਪੁੱਛਿਆ ਕਿ ਤੈਨੂੰ ਕੀ ਕਰਕੇ ਗਲਾ ਮਸੂਲ ਦੇਈਏ। ਇਹਨੇ ਕਿਹਾ ਮੈਨੂੰ ਨਾ ਤੁਸੀਂ ਜਿਹੜਾ ਹੈਗਾ ਨਾ ਗਧਾ ਰੇੜੀ ਜਿਹੜਾ ਆ ਉਹ ਤੁਸੀਂ ਮੈਨੂੰ ਬਣਾ ਦਿਓ, ਉੱਤੇ ਉਹਦੇ ਸ਼ਿਕੰਜਾ ਜਿਹਾ ਲਾ ਕੇ ਮੈਂ ਬਰਤਨ ਵੇਚਣੇ ਚਾਹੁੰਦਾ ਹੈ। ਤੇ ਉਸ ਤੋਂ ਬਾਅਦ ਅਸੀਂ ਗੁਲਾਮ ਰਸੂਲ ਭਾਈ ਕਿੰਨੇ ਪੈਸੇ ਤੈਨੂੰ ਦਿੱਤੇ ਸੀਗੇ? 35,000 35,000 ਤੁਸੀਂ ਕੀ ਖਰੀਦਿਆ? ਜਾਨਵਰ ਲਿਆ। ਤੇ ਉਸ ਤੋਂ ਬਾਅਦ ਗੁਲਾਮ ਰਸੂਲ ਭਾਈ ਨੇ ਜਾਨਵਰ ਲਿਆ। ਜਾਨਵਰ ਲੈਣ ਤੋਂ ਬਾਅਦ ਤੁਸੀਂ ਕੀ ਕਰਦੇ ਰਹੇ? ਵਾਢੀ ਕਰਦੇ ਰਹੇ ਇੱਕ ਹੱਥ ਨਾਲ। ਇਹ ਹੈ ਕਦੀ ਗੱਲ ਜੇ ਤੁਸੀਂ ਕਾਹਨੂੰ ਵਾਢੀ ਕਿੱਦਾਂ ਕਰਦੇ ਹੋ? ਅੰਕਲ ਜੀ ਵਾਢੀ ਕਰਦੇ ਨੇ ਇਸ ਤਰੀਕੇ ਨਾਲ ਨਾ, ਇਦਾਂ ਪੈਰ ਨਾਲ ਲਾ ਦਿਓ, ਇਦਾਂ ਦਾਤੀ ਦੇ ਕੇ ਉਹ ਵੀ ਪਿੱਛੇ ਕਰ ਲੈਂਦੇ। ਅੱਛਾ, ਇਹ ਇੱਕ ਹੱਥ ਨਾਲ ਤਾਂ ਬੰਦਾ ਦਾਤੀ ਚਲਾਉਂਦਾ, ਦੂਸਰਾ ਹੱਥ ਨਾਲ ਇਕੱਠੀ ਕਰਦਾ, ਤੇ ਤੁਸੀਂ ਇੱਕ ਹੱਥ ਨਾਲ ਦੋਨੋਂ ਕੰਮ ਕਿੱਦਾਂ ਕਰਦੇ ਹੋ? ਇੱਕ ਹੱਥ ਨਾਲ ਹੀ ਅੰਕਲ ਜੀ ਕੀਤੀ ਆ, ਵਾਢੀ ਵੀ ਕੀਤੀ ਆ, ਭਰੀਆਂ ਨਾਲ ਪਾਉਂਦਾ ਰਿਹਾ। ਅੱਛਾ, ਪਾਉਂਦੇ ਵੀ ਰਹੀ, ਭਰੀਆਂ ਬੰਨ੍ਹਦੇ ਵੀ ਰਹੇ। 2.5 ਕਿੱਲੇ ਅਸੀਂ ਮਸਲਾ ਦੇ ਵੱਡੇ। ਅੱਛਾ, ਕਿੰਨਾ ਚਾਹੁੰਦਾ ਹੈ ਬੱਚੇ ਅਸੀਂ ਮੇਰੇ ਛੋਟੇ ਜਿਹੇ ਆ ਭਾਈ, ਉਹਨਾਂ ਨੇ ਦੇਖੀ ਤਾਂ ਇੱਕ ਦਿਨ ਚ ਤੁਸੀਂ ਕਿੰਨੇ ਕੁ ਮਰਲੇ ਕਣਕ ਪੱਟ ਲੈਂਦੇ? ਅਸੀਂ ਭਾਜੀ ਤਕਰੀਬਨ ਕਹਿੰਦੇ ਤੁਹਾਡੀ ਤਾਂ ਨਿਕਲਦੇ ਕਿੰਨੀ ਕੱਢਦੇ ਨੇ? ਤਕਰੀਬਨ ਕਨਾਲ ਵਾਲ ਲੈਂਦੀ ਮੈਂ ਕੱਲਾ ਜਿਹੜਾ। ਬੜੀ ਬਾਤ ਹੈ ਜੀ ਕਿ ਇੱਕ ਹੱਥ ਨਾਲ ਬੰਦਾ ਕਣਕ ਵੱਢਦਾ ਹੈ ਔਰ ਇਕੱਠੀ ਵੀ ਕਰਦਾ ਹੈ, ਵੱਢਦਾ ਵੀ ਹੈ, ਔਰ ਕਨਾਲ ਜਗ੍ਹਾ ਤਾਂ ਬਹੁਤ ਜਗ੍ਹਾ ਹੁੰਦੀ ਹੈ ਨਾ, ਤਾਂ ਫਿਰ ਗਰਮੀ ਦੀ ਠੰਡਾ ਦਾ ਤੁਸੀਂ ਬਹੁਤ ਅੱਛੇ ਆ ਨਾ। ਬਲਕਿ ਮੈਂ ਕਹਿੰਦਾ ਤੁਸੀਂ ਅੱਲਾਹ ਤਾਲਾ ਦੇ ਦੋਸਤ ਹੋ। ਤੁਸੀਂ ਸੁਣਿਆ ਨਾ ਹਦੀਸ ਦੇ ਬਾਅਦ ਕਿ ਅਰਕਾਸੇ ਉਹ ਹਬੀ ਮਿਲਣਾ, ਤੁਸੀਂ ਅੱਲਾਹ ਦੇ ਦੋਸਤ ਹੋ ਬੇਟੇ। ਤੁਸੀਂ ਇੰਨੀ ਜਿਹੜੀ ਇੱਕ ਹੱਥ ਹੈ ਤੁਹਾਡੇ ਬਾਜ਼ੂ ਹੁੰਦਾ, ਤੁਸੀਂ ਇੰਨੀ ਮਿਹਨਤ ਮਜ਼ਦੂਰੀ ਤੇ ਇੱਕ ਹੱਥ ਨਾਲ ਕਰਦੇ ਹੋ। ਅੱਛਾ, ਇਹਦੇ ਵਿੱਚ ਅੰਕਲ ਜੀ ਇਹ ਵੀ ਸੀ ਨਾ ਕਿ ਮੈਂ ਜਦੋਂ ਕਿਹਾ ਮੈਂ ਤੈਨੂੰ ਉਹ ਰੇੜੀ ਬਣਾ ਦੇਣਾ, ਇਹਨੂੰ ਹੁਣ ਜਾਨਵਰ ਲੈ ਕੇ ਦੇ ਦਿੱਤਾ, ਇਹ ਨਾ ਵਾਢੀ ਕਰਦਾ, ਇਹ ਬੈਠਾ ਰਹਿੰਦਾ ਸਾਡੇ ਵੱਲ ਦੇਖਦਾ ਰਹਿੰਦਾ ਵੀ ਉਹ ਆਉਣਗੇ ਫਿਰ ਮੇਰੇ ਪੈਸੇ ਅਗਲੇ ਨਾ ਕੇ ਅਗਲਾ ਕੰਮ ਕਰਨਗੇ। ਲੇਕਿਨ ਇਸ ਬੰਦੇ ਨੇ ਇਹ ਨਹੀਂ ਦੇਖਿਆ ਇੱਕ ਦਿਨ ਵੀ ਕਿ ਉਹ ਮੈਨੂੰ ਜਾਨਵਰ ਲੈ ਦਿੱਤਾ ਆ, ਹੁਣ ਮੇਰਾ ਸ਼ਿਕੰਜਾ ਫੜਨਾ ਮੈਂ ਉਹ ਨਹੀਂ। ਉਹਨੇ ਕਿਹਾ ਮੈਂ ਆਪਣੀ ਮਿਹਨਤ ਹੀ ਕਰਨੀ। ਇਹ ਵਾਢੀ ਕਰਨਾ ਪਿਆ, ਵਾਢੀ ਤੋਂ ਬਾਅਦ ਫਿਰ ਅਗਲਾ ਕੰਮ ਕੀ ਕੀਤਾ? ਵਾਢੀ ਨਾਲ ਮੁੱਕੀਆਂ। ਹਾਂਜੀ, ਮੈਂ ਉਹ ਭਾਈ ਉਹਨਾਂ ਨੂੰ ਦੱਸਿਆ ਸੀ, ਭਾਈ ਉਹਨਾਂ ਨੂੰ ਕਿਹਾ ਸੀ, ਮੈਂ ਕਿਹਾ ਵੀ ਮੈਂ ਯਕਦਮ ਕਾਰੋਬਾਰ ਨਹੀਂ ਸ਼ੁਰੂ ਕਰਨਾ, ਮੈਂ ਆਪਣੀ ਪਹਿਲੇ ਕਰਨੀ ਪੜਦੀ ਵਾਢੀ ਕਰਕੇ ਉਸ ਤੋਂ ਬਾਅਦ ਅੱਲਾ ਖੈਰ ਕਰੇ ਨਾ ਮੈਂ ਆਪਣਾ ਬਰਤਨਾਂ ਦਾ ਕੰਮ ਸ਼ੁਰੂ ਕਰ ਦਿੱਤਾ। ਅੱਛਾ, ਤੇ ਉਹ ਮੁੜ ਕੇ ਵਾਢੀ ਕੀਤੀ ਆ, ਵਾਢੀ ਤੋਂ ਬਾਅਦ ਫਾਰਿਗ ਹੋਏ ਆ। ਲੇਕਿਨ ਨਹੀਂ ਭਾਈ ਉਹਨਾਂ ਕੋਲ ਧਿਆਨ ਨਹੀਂ ਮਿਲਿਆ ਕੋਈ। ਮੈਂ ਫਿਰ ਆਪਣਾ ਨਾ ਕਿ ਮੰਡੀ ਕੋ ਸਬਜ਼ੀ ਲਾਉਣ ਲੱਗ ਗਿਆ, ਜਿਹੜੀ ਲਾਉਣ ਲੱਗ ਗਿਆ ਸਬਜ਼ੀ ਦੀ। ਕਿਸੇ ਵੀ ਪਿੰਡ ਤੋਂ ਤੁਸੀਂ ਪੁੱਛ ਸਕਦੇ ਹੋ, ਬੀੜੀਆਂ में ਜਾਂਦਾ ਰਿਹਾ, ਸ਼ੇਰੋਂ ਵੀ ਜਾਂਦਾ ਰਿਹਾ, ਕੈਰੋਂ ਪਿੰਡ ਵੀ ਲਾਇਆ। ਜਦੋਂ ਕੋਈ ਆਲੂ ਪਿਆਜ਼ ਪਾ ਲੈਣਾ, ਨਾਲ ਕੋਈ ਫਾਲਤੂ ਥੋੜਾ ਬਹੁਤਾ ਰੱਖਣਾ, ਸਬਜ਼ੀ ਦਾ ਕਾਰੋਬਾਰ ਕਰਨਾ। ਉਹ ਵੀ ਭਾਜੀ ਸਬਜ਼ੀ ਦੇ ਨਾਲ ਤੁਹਾਨੂੰ ਪਤਾ ਕਿ ਕੰਮ ਜਿਹੜਾ ਨਾ ਬਹੁਤ ਜ਼ਿਆਦਾ ਮਹਿੰਗਾਈ ਦਾ ਦੌਰ ਆ, ਨਹੀਂ ਪੂਰਾ ਹੁੰਦਾ ਖਾਤਾ। ਇਸ ਕਰਕੇ ਵੇ ਦੁਆਰਾ ਭਾਈ ਉਹਨਾਂ ਦੇ ਕੋਲ ਪਹੁੰਚੇ। ਹੁਣ ਜਦੋਂ ਆਏ ਨਾ, ਇਹਨਾਂ ਦੇ ਹੱਥ 'ਚ ਦੋ ਚੀਜ਼ਾਂ ਸੀਗੀਆਂ। ਕੀ ਸੀਗਾ ਉਹ? ਬੈਟਰੀ ਤੇ ਸਪੀਕਰ ਸੀ। ਉਹ ਵੀ ਕਰਨੇ ਕੋਲ ਔਰ ਮੈਂ ਉੱਪਰ ਰੇੜੀ ਤੇ ਰੱਖਣੀ, ਯਾਨੀ ਰੇੜੀ ਦੇ ਉੱਤੇ ਉਹ ਸਪੀਕਰ 'ਚ ਬੋਲਣਾ ਕਿ ਸਬਜ਼ੀ ਲਾਓ ਜੀ ਫਲਾਣੀ ਸ਼ਾਲਾ। ਹਾਂਜੀ। ਅੱਛਾ, ਹੁਣ ਅਸੀਂ ਇਹ ਕਰਦੇ ਆ, ਹੁਣ ਅਸੀਂ ਤੁਹਾਡਾ ਸਬਜ਼ੀ ਤੋਂ ਕੰਮ ਵਧਾ ਕੇ ਜਿਹੜਾ ਉਹ ਤੁਹਾਨੂੰ ਅਸੀਂ ਉਹ ਤੁਹਾਡਾ ਸ਼ਿਕੰਜਾ ਬਣਵਾ ਕੇ ਦਿੰਦੇ ਆ, ਤੁਹਾਨੂੰ ਨਾਲ ਬਰਤਨਾਂ ਦਾ ਸਿਸਟਮ ਅਟੈਚ ਕਰ ਦਿੰਦੇ। ਠੀਕ ਹੈ, ਠੀਕ ਹੋ ਗਿਆ। ਤੇ ਉਹ ਹੁਣ ਜਿਹੜਾ ਲੋਹੇ ਦਾ ਸ਼ਿਕੰਜਾ ਜਾਂ ਉੱਤੇ ਬਣਨਾ ਆ, ਉਹਦੇ ਕਿੰਨੇ ਪੈਸੇ ਆ? ਉਹ ਭਾਈ ਨੇ ਪੁੱਛਿਆ ਸੀ, ਤਕਰੀਬਨ 30 ਤੋਂ 35,000 ਰੁਪਏ ਖਰਚਾ ਕਹਿੰਦੇ ਨੇ। 30-35,000 ਖਰਚਾ? ਉਹ ਵਾਲਾ ਦੁਆਲਾ ਨਾ ਲਾ ਕੇ ਉਹਨਾਂ ਨੇ ਜੰਗਲਾ ਜਾਲੀ ਜੁਲੀ ਲਾ ਕੇ ਫਿਰ ਉਹ ਵਾਲੇ ਵਿੱਚ ਬਾਰੀ ਖਾਣੀ ਕੋਈ ਛੋਟੀ ਜਿਹੀ। ਅਗਰ ਆਪਾਂ ਇਹਨਾਂ ਦਾ ਇੱਥੇ ਵੀ ਮੰਗਾਈਏ ਰੇੜਾ ਤੇ ਉੱਥੇ ਪੈਸਿਆਂ ਦੀ ਗੱਲ ਤੇ ਜਾ ਬੜੀ ਨਾ, ਜਿਹੜੀ ਅੰਦਰ ਜੇ ਤੁਸੀਂ ਉੱਥੇ ਆਪਣੇ ਪਿੰਡ ਦੇ ਵਿੱਚ ਹੀ ਕਿਸੇ ਉਹਨੂੰ ਵੈਲਡਰ ਨੂੰ ਕਹਿ ਕੇ ਤੁਸੀਂ ਜੰਗਲਾ ਲਵਾ ਲਓ। ਹਾਂਜੀ, ਮੈਂ ਕਿਹਾ ਹੋਇਆ ਬੱਚੀ ਵੈਲਡਰ ਦਾ ਕਾਸਮ ਮੁੰਡਾ ਵਾ, ਵੈਲਡਰ ਦਾ ਕੰਮ ਕਰਦਾ ਵਾ, ਉਦਾਹਰਨ ਨਹੀਂ ਕਰ ਉਹਨਾਂ ਨਾਲ ਰਾਬਤਾ ਹੋਇਆ ਸੀ। ਦੇਖੋ ਜੀ, ਇਹਨਾਂ ਦੇ ਇਹ ਬਹੁਤ ਆਸਾਨ ਹੈ ਕਿ ਬਾਜ਼ੂ ਨਹੀਂ ਹੈ, ਅਗਰ ਆਮ ਬੰਦੇ ਅਗਰ ਆਮ ਖਾਸ ਬੰਦੇ ਨਾ ਹੁੰਦੇ, ਇਹਨਾਂ ਦੇ ਦੋਸਤ ਨਾ ਹੁੰਦੇ, ਇਹਨਾਂ ਦੇ ਬਹੁਤ ਆਸਾਨ ਸੀਗਾ ਕਿ ਇਹ ਕਿਤੇ ਵੀ ਖੜੇ ਹੋ ਕੇ ਮੰਗਣੇ ਨੇ। ਜਿਨ੍ਹਾਂ ਨੇ ਕਬੂਲ ਨਹੀਂ ਕੀਤਾ, ਇਹਨਾਂ ਨੇ ਮਿਹਨਤ ਮਜ਼ਦੂਰੀ ਕਰਦੇ
ਤੁਸੀਂ ਬਹੁਤ ਅੱਛੇ ਹੋ ਤੇ ਤੁਹਾਡੇ ਜਿਸ ਹਾਲਾਤ ਹੋ ਮੰਗਾ ਤਾਂ ਐਸੇ ਵਿੱਚ ਸੇ ਦੋਸਤੋਂ ਅਗਲੀ ਤਰ੍ਹਾਂ ਦੀ ਤੁਹਾਨੂੰ ਆਪਣੇ ਦੋਸਤ ਬਣਾਏ ਪਹਿਲੇ ਜਿਹੜੇ ਸਾਨੂੰ ਪੈਸੇ ਆਏ ਸੀ ਨਾ ਉਹ ਤੁਹਾਡੇ ਹੋਰ ਵੀਰਿਆਂ ਨੇ ਦਿੱਤੇ ਸੀ। ਉਹ ਜਿੰਨੇ ਦਿੱਤੇ ਸੀ ਨਾ ਅਸੀਂ ਉਹ 35000 ਪੂਰਾ ਕਰਤਾ ਸੀ, ਠੀਕ ਹੈ। ਹਾਂਜੀ ਹੁਣ ਪੈਸੇ ਸਾਨੂੰ ਆਏ ਹੈਗੇ ਰਾਜਵੀਰ ਵੀਰੇ ਦੀ ਤਰਫੋਂ, ਠੀਕ ਹੈ। ਠੀਕ ਹੈ ਇਹ 70000 ਜਾਂ ਕੁਛ ਅਮਾਉਂਟ ਆ, ਹੁਣ ਮੈਨੂੰ ਪੱਕਾ ਯਾਦ ਨਹੀਂ ਹੈ, ਲੇਕਿਨ ਇਹ ਮੈਨੂੰ ਪਤਾ ਹੈ ਵੀ ਰਾਜਵੀਰ ਵੀਰਾ ਜਿਹੜਾ ਨਾ ਉਹਨੇ ਪੈਸੇ ਦਿੱਤੇ ਯੂਕੇ ਤੋਂ, ਤੇ ਇੰਡੀਆ ਦੇ ਰਹਿਣ ਵਾਲੇ ਆ ਸਰਦਾਰ ਆ ਵੀਰਾ, ਤੇ ਉਹਦਾ ਬੇਟਾ ਜਿਹੜਾ ਆ ਉਹ ਸਾਡਾ ਵੀ ਪੁੱਤ ਆ। ਉਹ ਬਹੁਤ ਜ਼ਿਆਦਾ ਇੱਕ ਨਾ ਬਿਮਾਰੀ 'ਚ ਮੁਬਤਲਾ, ਵੀ ਖਾਰਿਸ਼ ਉਹਨੂੰ ਬਹੁਤ ਜ਼ਿਆਦਾ ਹੁੰਦੀ ਹੈ, ਐਲਰਜੀ ਦੀ ਇਸ ਤਰ੍ਹਾਂ ਦੀ ਸੂਰਤ ਹਾਲ ਹੈ। ਤੇ ਅੱਲਾ ਉਹਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ। ਤੇ ਰਾਜਵੀਰ ਵੀਰਾ ਪਰੇਸ਼ਾਨ ਵੀ ਬਹੁਤ ਜ਼ਿਆਦਾ, ਅਸੀਂ ਬਹੁਤ ਸਾਰੇ ਡਾਕਟਰ ਦੇਖੇ ਆ, ਤਲਾਸ਼ ਕੀਤੇ ਆ। ਅਗਰ ਸਾਡੀ ਇਸ ਵੀਡੀਓ ਦੀ ਵਸਾਤਤ ਦੇ ਨਾਲ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚਣੀ ਆ, ਤੇ ਇਹਦੇ ਵਿੱਚ ਕੋਈ ਤੁਸੀਂ ਅਗਰ ਡਾਕਟਰ ਕੰਸਲਟ ਕਰ ਸਕਦੇ ਹੋ, ਚਾਹੇ ਇੰਡੀਆ ਦਾ ਹੋਵੇ, ਚਾਹੇ ਪਾਕਿਸਤਾਨ ਦਾ ਹੋਵੇ, ਚਾਹੇ ਬਾਹਰ ਯੂਰਪ ਚੋਂ ਹੋਈ ਕਿਸੇ ਮੁਲਕ ਦੇ ਵਿੱਚ ਹੋਵੇ, ਕੋਈ ਐਸਾ ਡਾਕਟਰ ਕਿ ਜਿਹੜਾ ਉਸ ਬਿਮਾਰੀ ਨੂੰ ਟੈਕਲ ਕਰ ਸਕੇ ਨਾ, ਉਹ ਬਹੁਤ ਜ਼ਿਆਦਾ ਕੋਈ ਪਰੇਸ਼ਾਨੀ ਵਾਲੀ ਸੂਰਤ ਹਾਲ ਆਉਂਦੀ। ਜਦੋਂ ਘਰ 'ਚ ਕਿ ਕਿੱਦਾਂ ਦੀ ਬਿਮਾਰੀ ਹੁੰਦਾ ਨਾ, ਉਹ ਖੂਨ ਦਾ ਬੱਚਾ ਆਪਣੇ ਆਪ, ਤੇ ਇਸ ਕਰਕੇ ਜਿਹੜਾ ਨਾ ਉਹ ਬੰਦਾ ਬਹੁਤ ਦਿਲ ਦਾ ਦਰਵੇਸ਼ ਬੰਦਾ ਸਰਦਾਰ ਵੀਰਾ ਚਰਨ ਦੁਆ ਰਾਜਵੀਰ ਵੀਰਾ ਦੇ ਬੇਟੇ ਉਹਨਾਂ ਦੀ ਬਾਕੀ ਮੇਰਾ ਹੋ ਗਿਆ ਸੀ ਐਕਸੀਡੈਂਟ ਪਹਿਲੇ, ਮੇਰਾ ਨਾ ਉਸ ਹਾਦਸੇ ਨਾਲ ਆ ਕੇ ਸਾਰਾ ਡੈਮੇਜ ਹੋ ਗਿਆ। ਇਸ ਕਰਕੇ ਕਿ ਮੈਂ ਹੁਣ ਜਿਹੜਾ ਜੋੜ ਵਾਲਾ ਕੰਮ ਨਹੀਂ ਆਪਣਾ ਕਰ ਸਕਦਾ ਕੋਈ ਵੀ ਕਿਸੇ ਕਿਸਮ ਦਾ। ਜੇ ਮਸਲਾ ਮੈਂ ਇੱਕ ਚੁੱਕਦਾ ਵਾਂ, ਪਿੱਛੇ ਮੇਰਾ ਰੱਸਾ ਟੁੱਟ ਜਾਂਦਾ, ਆਉਂਗਾ ਫਿਰ ਉਹ ਕੰਮ ਨਹੀਂ ਕਰਦਾ। ਇੰਨਾ ਜਗ੍ਹਾ ਤੋਂ ਟੁੱਟੀ ਹੋਈ ਮਸਲਾ ਆਉ ਤੋਂ ਆਦਾ ਬੰਦਾ ਲੇਕਿਨ ਬਹੁਤ ਹਿੰਮਤ ਦੇ ਲੇਕਿਨ ਫਿਰ ਵੀ ਕਰਨਾ ਪੈਂਦਾ, ਕਿਤੇ ਨੂੰ ਕਰ ਲਿਆ ਆ ਗਿਣੋ ਭਾਜੀ ਪੈਸੇ। ਅੱਦਾ ਕਦਾ ਇਹਨਾਂ ਨੂੰ ਸਿਹਤ ਤੰਦਰੁਸਤੀ ਦੇ ਰੱਬ ਨਾਲ ਇਹ ਬੱਚਾ ਚਾਹ ਕਿਤੇ ਨਹੀਂ ਪੈਸੇ ਗਿਣ ਲਓਗੇ? ਹਾਂਜੀ ਮੈਂ ਕਿਹਾ ਨਹੀਂ ਗਿਣਨਗੇ ਉਹ, ਪਤਾ ਉਹਨਾਂ ਨੇ ਕਾਰੋਬਾਰ ਵੀ ਤੇ ਕਰਨਾ ਕਿ ਨਹੀਂ। ਤੇ ਸਮਝੋ ਉਹਨਾਂ ਦਾ ਇਮਤਿਹਾਨ ਹੀ ਹੈ। ਇੱਦਾਂ ਨਹੀਂ ਹੋਈ ਇੱਕ ਹੱਦ ਤੱਕ ਹਮ ਬੋਡੀਆਂ ਤੋਂ ਲੈ ਰਹੇ ਹਾਂ ਕੁਝ ਜੀ ਬਲੂਟ ਦੇ ਕੇ ਤੇ ਇੱਕ ਹੱਥ ਨਾਲ ਗਿਰ ਰਹੇ ਹਾਂ ਗੋਡਿਆਂ ਤੋਂ ਵੀ ਕੰਮ ਲੈ ਰਹੇ ਆ ਤੇ ਪੈਰਾਂ ਤੋਂ ਵੀ ਹੱਸਦਾ ਦੂਸਰਾ। ਬੜੀ ਬਾਤ ਯਾਨੀ ਇਸ ਬੰਦੇ ਨੇ ਆਪਣੀ ਕਮਜ਼ੋਰੀ ਨਹੀਂ ਬਣਾਇਆ ਇਸ ਚੀਜ਼ ਨੂੰ। ਔਰ ਇਹ ਮਿਸਾਲ ਆ ਸਾਡੇ ਮੁਆਸ਼ਰੇ ਲਈ ਨਾ। ਥੈਂਕ ਯੂ 35000 ਹਾਂਜੀ ਤੁਸੀਂ ਆਪਣਾ ਉਹ ਸ਼ਿਕੰਜਾ ਜਿਹਾ ਲਵਾਓ, ਠੀਕ ਆ। ਠੀਕ ਹੋ ਗਿਆ ਤੇ ਇਹ ਤੋਂ ਬਾਅਦ ਫਿਰ ਤੁਹਾਨੂੰ ਅਸੀਂ ਬਰਤਨ ਪਵਾ ਦਿੰਨੇ ਵਿੱਚ ਹੈ। ਠੀਕ ਹੋ ਗਿਆ ਤੁਸੀਂ ਆਪਣਾ ਕਾਰੋਬਾਰ ਕਰੋ, ਆਪਣੀ ਮਿਹਨਤ ਕਰੋ, ਆਪਣਾ ਬੱਚਿਆਂ ਦਾ ਪੇਟ ਪਾਲੋ। ਅਸੀਂ ਤੁਹਾਨੂੰ ਦੇਖਣ ਹੀ ਆਵਾਂਗੇ ਹਾਂ ਕੋਈ ਮਸਲਾ ਨਹੀਂ ਜੀ ਇਨਸ਼ਾਅੱਲਾ ਤਾਲਾ ਜਿਸ ਨੂੰ ਲੱਗੀ ਤੁਸੀਂ ਠੀਕ ਆ। ਹਾਂਜੀ ਬਾਕੀ ਸਿਹਤ ਤੰਦਰੁਸਤੀ ਦੇਵੇ ਇਹਨਾਂ ਨੇ ਅੱਗੇ ਬਚਾਏ ਅੱਲਾਹ ਤਾਲਾ ਨੇ ਸਿਹਤ ਤੰਦਰੁਸਤੀ ਸਾਡੀ ਡਿਊਟੀ ਇਹੀ ਅੱਲਾ ਨੇ ਲਾਈ ਆ ਵੀ ਇਸ ਬਸ ਤਕਸੀਮ ਕਰੀ ਜਾਣੇ, ਆਈ ਜਾਣੇ ਤੇ ਤਕਸੀਮ ਕਰੀ ਜਾਣੇ। ਅਸੀਂ ਇਸ ਤਰਾਜ਼ੂ ਦੇ ਵਿੱਚ ਨਾਪ ਤੋਲ ਚ ਕਮੀ ਪੇਸ਼ੀ ਨਹੀਂ ਕਰਦੇ। ਆ ਹੁਣ ਮੇਰੇ ਹੱਥ 'ਚ ਨਾ ਆ ਸਲਿੱਪ ਆ, ਹੁਣ ਮੇਰੇ ਅੱਗੇ ਆ ਰਿਆਲ ਪਏ ਆ। ਮੈਂ ਹੁਣ ਕੀ ਕਰਦਾ ਪਿਆ, ਆ ਸਾਨੂੰ 3,40,178 ਰੁਪਏ ਇੱਕ ਬਾਜੀ ਨੇ ਯੂਕੇ ਤੋਂ ਭੇਜੇ, ਉਮਰਾ ਕਰਾਉਣਾ ਸੀ ਇਹ ਕੰਮਾਂ ਜੀ ਨੂੰ। ਅਸੀਂ ਉਹਨਾਂ ਦਾ 2,68,000 ਰੁਪਇਆ ਵੀਜ਼ੇ ਦਾ ਦੇ ਦਿੱਤਾ, ਪਿੱਛੇ 81,178 ਰੁਪਏ ਬਚ ਗਏ। ਉਹਦੇ ਹੁਣ ਅਸੀਂ ਜਿਹੜਾ ਆ 81,178 ਦੇ 552 ਹੋਰ ਪਾਏ ਕੋਲ, ਤੇ ਆ 1100 ਰਿਆਲ ਲੈ ਕੇ ਆਏ ਆ। ਹੁਣ 1100 ਰਿਆਲ ਜਿਹੜਾ ਇਹ ਉਹਨਾਂ ਦੇ ਹੈਂਡਓਵਰ ਕਰ, ਯਾਨੀ 552 ਰੁਪਏ ਪਾ ਦਿੱਤੇ ਵਿੱਚੋਂ ਕੱਢੇ ਨਹੀਂ ਹੈ। ਇਹ ਵੀ ਤੁਹਾਡੇ ਵੀ ਇਦਾਂ ਹੀ ਆ, ਅਸੀਂ ਪੱਲਿਓ ਭਾਰਾਂਗੇ ਇਨਸ਼ਾਅੱਲਾ, ਲੇਕਿਨ ਤੁਹਾਡਾ ਹੱਕ ਇੱਧਰ ਨਹੀਂ ਰਹਿਣ ਲੱਗਾ। ਤੰਦਰੁਸਤੀ ਦੇਵੇ ਆਪਣੇ ਬੱਚਿਆਂ ਤੰਦਰੁਸਤੀ ਦੇਵੇ। ਸਾਡਾ ਮਕਸਦ ਵੀ ਇੱਕ ਹੀ ਹੁੰਦਾ ਵੀ ਅਸੀਂ ਕਿਸੇ ਬੰਦੇ ਨੂੰ ਪੈਰਾਂ ਤੇ ਖੜਾ ਕਰਨ ਲਈ ਨਾ ਉਹਨੂੰ ਰੋਜ਼ਗਾਰ ਦੇ ਦਈਏ। ਆ ਰਾਸ਼ਨ ਦੇ ਕੇ ਜਾਂ ਇਸ ਤਰ੍ਹਾਂ ਥੋੜੇ ਬਹੁਤੇ ਪੈਸਿਆਂ ਦੇ ਨਾਲ ਸਰਵਾਈਵ ਨਹੀਂ ਉਹ ਕਰ ਪਾਉਂਦਾ। ਸਾਡੀ ਵੀਡੀਓ ਤਾਂ ਬਣ ਜਾਣੀ ਆ ਨਾ, ਹਾਂਜੀ ਸਾਡੀ ਤਾਂ ਵੀਡੀਓ ਬਣ ਜਾਣੀ ਆ, ਫਿਰ ਰਾਸ਼ਨ ਦਾ ਤੇਲਾ ਦਿੱਤੇ ਵੀ ਬਣ ਜਾਣੀ ਆ। ਹਾਂਜੀ ਲੇਕਿਨ ਮਕਸਦ ਇਹ ਆ ਕਿ ਅਗਲੀ ਫੈਮਿਲੀ ਦਾ ਕੀ ਫਾਇਦਾ ਹੋਇਆ। ਥੋੜਾ ਕਰ ਲਓ, ਚੰਗਾ ਕਰ ਲਓ। ਇਸ ਕਰਕੇ ਅਸੀਂ ਜਿਹੜਾ ਨਾ ਇਹ ਕੋਸ਼ਿਸ਼ ਕਰਦੇ ਹਾਂ। ਸਾਡੀ ਸੋਚ ਇਹ ਹੈ ਕਿ ਬੱਚਾ ਤੇ ਮੇਰਾ ਛੋਟਾ ਵਾ, ਤੁਹਾਨੂੰ ਪਤਾ ਹੀ ਹੈ, ਤੁਸੀਂ ਦੇਖੇ ਮੇਰੇ ਕੋਲ ਬੱਚੇ ਮੇਰਾ ਵੀ ਅੱਜ ਕੱਲ੍ਹ ਮੈਂ ਬੱਚੇ ਨੂੰ ਕਹਿਣ ਡਿਆ ਸੀ, ਮੈਂ ਕਿਹਾ ਪੁੱਤ ਜਦੋਂ ਮੈਂ ਕੁਛ ਆਪਣਾ ਕੋਈ ਰੋਟੀ ਲਾ ਲਿਆ ਕਰੂੰਗਾ ਤੇ ਤੈਨੂੰ ਕੋਈ ਮਾੜੀ ਮੋਟੀ ਨਾਲ ਰੇਡੀ ਬਣਵਾ ਲਾਂਗਾ।
ਉਹਦੇ ਭਾਜੀ ਉਹ ਜਾਂਦੇ ਆ, ਤੁਹਾਨੂੰ ਪਤਾ ਕਿ ਉਹਨਾਂ ਕੋਲ ਕੋਈ ਚੀਜ਼ ਨਹੀਂ ਹੈਗੀ, ਨਹੀਂ ਜਾਂਦੇ ਕੈਰੋਂ ਚ, ਉਹ ਤੁਰ ਕੇ ਜਾਂਦੇ, ਵਿਚਾਰੇ ਤੁਰ ਕੇ ਆਉਂਦੇ ਆ। ਤੁਸੀਂ ਉਹਨਾਂ ਨੂੰ ਪੜਾਉਣਾ ਆ। ਮੇਰੀ ਹੁਣ ਇੰਨੀ ਜੇ ਜੇਬ ਦੀ ਵੀ ਗੁੰਜਾਇਸ਼ ਨਹੀਂ ਕਿ ਜਿਹੜਾ ਉਹਨਾਂ ਨੂੰ ਕੋਈ ਸਵਾਰੀ ਲੈ ਦੇਵਾਂਗੇ, ਜਿਹੜੇ ਵਿਚਾਰੇ ਆਪਣਾ ਆਉਣ ਜਾਣ ਨਾ ਘਰ ਮੈਂ ਕਰ ਲਿਆ ਕੰਮ। ਤੇ ਤਿੰਨੇ ਭੈਣ ਭਰਾ ਜਾਂਦੇ ਆ ਤੇ ਫਿਰ ਉਹ ਤੁਰ ਕੇ ਆਉਣਾ ਨਾ, ਤੁਰ ਕੇ ਜਾਣਾ ਪਈ ਕਰਨੀ ਤੇ ਤਾਂ ਕਰਕੇ ਫਿਰ ਮੈਂ ਕੱਲ੍ਹ ਉਹਦੀ ਅੰਮੀ ਨੂੰ ਕਿਹਾ ਸੀ, ਮੈਂ ਕਿਹਾ ਤੂੰ ਉਹਨਾਂ ਨੂੰ ਹਸਪਤਾਲ ਬੋਲਿਆ ਤੈਨੂੰ ਹਟਾ ਕੇ ਬੈਠੇ। ਮੈਂ ਕਿਹਾ ਚੱਲ ਇਹਨੂੰ ਕੋਈ ਮਾੜੀ ਮੋਟੀ ਗੱਲ ਪਕੜਾ ਕਰਾ ਘਰ ਵੇਚ ਕੇ ਨਾ ਤੇ ਮੇਰੇ ਦੀ ਤੁਸੀਂ ਨਾਲ ਮੈਂ ਹੀ ਲਾ ਲਿਆ ਕਰੂੰਗਾ ਤੇ ਉਹ ਆਪਣਾ ਬੋਲ ਦੇ ਕਹਿੰਦੀ ਹੈ ਬੋਲ ਨਹੀਂ ਬੱਚੇ ਪੜਾਓ ਤੁਸੀਂ। ਅਮਰ ਸਾਡੀ ਸੋਚ ਬਹੁਤ ਅੱਛੀ ਹੈ ਕਿ ਤੁਸੀਂ ਲੋਕਾਂ ਨੂੰ ਮਛਲੀ ਨਹੀਂ ਦਿੰਦੇ ਕਰਕੇ ਕਾਂਟਾ ਦਿੰਦੇ ਮਛਲੀ ਪਾਲਣ ਨੇ ਨਹੀਂ ਰੋਜ਼ਗਾਰ ਬਣਾ ਕੇ ਦਿੰਦੀ ਹੈ ਉਹਨੂੰ ਬੈਗ ਨਹੀਂ ਪੈਦਾ ਕਰੇ ਫਕੀਰ ਨਹੀਂ ਪੈਦਾ ਕਰੇ ਜਿसके लोगों को कुछ अपनी नीड पूरी करे किसी ने बना के दे। ਅੰਕਲ ਜੀ ਬੈਸਟ ਸੋਲੂਸ਼ਨ ਅਗਰ ਆਪਾਂ ਦੇਖੀਏ ਨਾ, ਚਾਈਨਾ ਨੇ ਕਿੱਦਾਂ ਤਰੱਕੀ ਕੀਤੀ। ਉਹਨਾਂ ਨੇ ਤਰੱਕੀ ਕਿੱਦਾਂ ਕੀਤੀ ਵੀ ਉਹਨਾਂ ਨੇ ਮਿਨੀ ਕਾਰਖਾਨੇ ਲਾਤੇ ਹਰ ਵਿਲੇਜ ਲੈਵਲ ਤੇ। ਉਹਨਾਂ ਨੇ ਆਪਣਾ ਛੋਟਾ ਤਬਕਾ ਉਹਨਾਂ ਨੂੰ ਰੋਜ਼ਗਾਰ ਦੇ ਕੇ ਪੈਰਾਂ 'ਤੇ ਖੜਾ ਕਰਤਾ। ਮਛਲੀ ਦੀ ਦਿੱਤੀ, ਕਾਂਟਾ ਦਿੱਤਾ। ਜਿਹੜਾ ਦੂਸਰਾ ਜਨਰਲ ਸੀਗਾ ਮਿਡਲ ਤਬਕਾ ਜਿਹੜਾ ਸੀ, ਮਤਲਬ ਸਾਡਾ ਹੁਣ ਪਿੰਡ 306 ਗਾਹੇ ਆ। ਸਾਡੇ ਪਿੰਡ ਦੇ ਵਿੱਚ ਅਗਰ ਆਪਾਂ ਗਿਣਤੀ ਕਰੀਏ ਨਾ, ਮੇਰਾ ਅੰਦਾਜ਼ਾ ਵੀ 131-35 ਟਰੈਕਟਰ ਖੜੇ ਆ। ਜ਼ਮੀਨ ਹੈ ਨਹੀਂ ਲੋਕਾਂ ਕੋਲ, 135 ਟਰੈਕਟਰ ਖੜੇ, ਜਿਹਦੇ ਕੋਲ 2 ਕਨਾਲਾਂ ਜ਼ਮੀਨ ਉਹਨੇ ਵੀ ਟਰੈਕਟਰ ਲਿਆ ਖੜਾ ਕੀਤਾ। ਹੁਣ ਤੁਸੀਂ ਦੇਖੋ ਵੀ 131 ਟਰੈਕਟਰਾਂ ਦੀ ਮਾਲੀਅਤ ਕਿੰਨੀ ਹੋਣੀ ਆ। ਜੇ 131 ਟਰੈਕਟਰਾਂ ਦੀ ਮਾਲੀਅਤ ਕਿੰਨੀ ਆ, ਫਿਰ ਇੱਕ ਟਰੈਕਟਰ ਨਾਲ ਮਿਨੀ ਫੈਕਟਰੀ ਲੱਗਦੀ ਨਹੀਂ। लगती है ਕਿੰਨੇ ਪੈਸੇ ਜਨਰੇਟ ਕਰਨੇ ਆ, ਤੇ 131 ਫੈਕਟਰੀਆਂ ਤੇ ਪਿੰਡ ਇਕੱਲੇ 'ਚ ਲੱਗ ਸਕਦੀਆਂ ਹਨ। लोगों की सोच नहीं है सर। ਲੋਕਾਂ ਦੀ ਸੋਚ ਨਹੀਂ, ਲੋਕ ਹਜੇ ਵੀ ਉਹੀ 70-75 ਸਾਲ ਪਿੱਛੇ ਬੈਠੇ ਆ ਵੀ ਥੜਿਆਂ ਤੇ ਬਹਿ ਲਿਆ ਸ਼ਾਮ ਨੂੰ, ਗੱਲਾਂ ਕਰ ਲਈਆਂ, ਕੋਈ ਉਹਨੂੰ ਗਾਲਾਂ ਕੱਢ ਲਈਆਂ, ਕੋਈ ਉਹਨੂੰ ਕੱਢ ਲਈਆਂ, ਕੋਈ ਹਕੂਮਤ ਨੂੰ ਬੁਰਾ ਭਲਾ ਕਹਿ ਲਿਆ, ਉੱਠ ਕੇ ਘਰਾਂ ਨੂੰ ਚਲੇ ਗਏ। ਲੇਕਿਨ ਗੱਲ ਇਹ ਆ ਕਿ ਅਗਰ ਅਸੀਂ ਆਪਣੇ ਆਪ ਨੂੰ ਬਦਲਣਾ, ਅਸੀਂ ਅੱਜ ਆਪਣੇ ਆਪ ਨੂੰ ਠੀਕ ਕਰਨਾ, ਤੇ ਸਾਨੂੰ ਵਕਤ ਦੇ ਨਾਲ ਆਪਣੇ ਆਪ ਨੂੰ ਢਾਲਣਾ ਪਏਗਾ। ਅਗਰ ਆਪਾਂ ਵਕਤ ਦੇ ਨਾਲ ਆਪਣੇ ਆਪ ਨੂੰ ਨਾ ਢਾਲਾਂਗੇ ਤਾਂ ਆਪਾਂ ਬਹੁਤ ਪਿੱਛੇ ਚਲੇ ਜਾਵਾਂਗੇ। ਅਗਰ ਅਸੀਂ ਸਊਦੀਆ ਦੀ ਮਿਸਾਲ ਦਿੰਨੇ ਆ ਜਾਂ ਕਿਸੇ ਹੋਰ ਮੁਲਕ ਦੀ ਮਿਸਾਲ ਦਿੰਨੇ ਆ, ਤੇ ਉੱਥੇ ਜਾ ਕੇ ਸਾਡਾ ਇੱਕ ਪਾਕਿਸਤਾਨੀ ਜਾਂ ਇੱਕ ਸ਼ਹਿਰੀ 8-8 ਲੱਖ ਦੇ ਘਾਮੇ ਲਵਾਉਂਦਾ, ਪਾਕਿਸਤਾਨੀ 8 ਲੱਖ ਰੁਪਈਆ ਲੱਗ ਜਾਂਦਾ। ਹੁਣ ਤਾਂ ਮੈਨੂੰ ਲੱਗਦਾ ਕਿ 8 ਤੋਂ ਵੀ 12 ਲੱਖ ਕਹਿਣ ਡਏ ਆ। ਅਗਰ ਉੱਥੇ 8 ਲੱਖ ਸਾਲ ਦਾ ਜਾਂ 12 ਲੱਖ ਸਾਲ ਦਾ ਟੈਕਸ ਪਾਕਿਸਤਾਨੀ ਦੇ ਰਿਹਾ, ਉੱਥੇ ਦਾ ਸ਼ਹਿਰੀ ਵੀ ਦੇ ਰਿਹਾ ਟੈਕਸ, ਕਿ ਆਪਾਂ ਕਿੰਨੇ ਦਿੰਨੇ ਆ? ਆਪਾਂ ਘੱਟੋ ਘੱਟ ਇੰਨਾ ਕਰ ਲਈਏ, ਆਪਾਂ ਆਪਣੇ ਆਪ ਨੂੰ ਤਬਦੀਲ ਕਰਕੇ ਉਸ ਲੈਵਲ ਤੇ ਲੈ ਜਾਈਏ। ਆਪਾਂ ਸ਼ਾਦੀ ਵਿਆਹਾਂ ਤੇ ਫਜ਼ੂਲ ਖਰਚੀਆਂ ਨਾ ਕਰੀਏ। ਆਪਾਂ ਸ਼ਾਦੀ ਵਿਆਹ ਦੇ ਉੱਤੇ ਪੈਸੇ ਹਜੇ ਵੀ ਖੁਸਰਿਆਂ ਦੇ ਪੈਸੇ ਸਿੱਟੀ ਜਾਣ ਡਏ। ਅਸੀਂ ਕੀ ਤਰੱਕੀ ਕਰਨੀ ਹੈ? ਸਾਡੇ ਤਾਂ ਅੱਜ ਵੀ ਉਹੀ ਰਿਵਾਜ ਹੈ, ਪੈਸੇ ਸਿੱਟਣ ਡਏ ਆ, ਉਹ ਵੱਡੇ ਵੱਡੇ ਜਾਲ ਫੜੇ, ਉਹ ਪੈਸੇ ਫੜ ਕੇ ਤੇ ਲਈ ਜਾਂਦੇ। ਲੇਕਿਨ ਉਹ ਪੈਸੇ ਕਿਸੇ ਹੱਕ ਦੀ ਰਾਹ ਤੇ ਖਰਚ ਕਰੋ ਨਾ, ਜਿੱਥੇ ਬਣਦੇ ਆ, ਜਿੱਥੇ ਇਦਾਂ ਦੇ ਬੰਦੇ ਮਹਿਕੂਮੀ ਦਾ ਸ਼ਿਕਾਰ ਆ, ਉੱਥੇ ਪੈਸੇ ਖਰਚ ਕਰੋ, ਨਾ ਕਿ ਪੈਸੇ ਉੱਥੇ ਤੁਸੀਂ ਉਡਾਓ ਜਿੱਥੇ ਮਕਸਦ ਹੀ ਕੋਈ ਨਹੀਂ ਹੈਗਾ। ਕਿਹਨੂੰ ਦਿਖਾਉਣੇ ਇਦਾਂ ਦਾ ਕੰਮ ਕਰਕੇ? ਬਾਕੀ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦੇਣਾ। ਅਗਰ ਕਿਸੇ ਨੂੰ ਗੱਲ ਸਾਡੀ ਦਾ ਗੁੱਸਾ ਲੱਗਾ ਹੋਵੇ, ਉਹਦੇ ਕੋਲ ਮਦਦ ਕਰਦੇ ਆ, ਉਹ ਪੈਸੇ ਸਿੱਟ ਸਕਦਾ ਖੁਸਰਿਆਂ ਦੇ ਜਿੰਨੇ ਮਰਜ਼ੀ। ਇੱਕ ਥੋੜੀ ਜਿਹੀ ਮਿਹਰਬਾਨੀ ਕਰ ਦਿਓ ਕਿ ਬੱਚੇ ਮੇਰੇ ਸਕੂਲ ਜਾਂਦੇ ਆ, ਚਲੋ ਉਹਨਾਂ ਦਾ ਕੋਈ